हेलो फ्रेंड्स। हेलो डियर स्टूडेंट, ਤਾਂ ਅੱਜ ਆਪਾਂ ਸੈਸ਼ਨ ਨੰਬਰ 6 ਸ਼ੁਰੂ ਕਰਾਂਗੇ ਜੀ, ਰਾਈਟਿੰਗ ਸਕਿੱਲਸ ਪਾਰਟ ਆਫ ਸਪੀਚ। ਤਾਂ ਇਸ ਸੈਸ਼ਨ ਦੇ ਵਿੱਚੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਿੱਖਾਂਗੇ ਜੋ ਸਾਡੇ ਕੰਮ ਆਉਣਗੀਆਂ ਤੇ ਨਵੀਆਂ ਵੀ ਹੋਣਗੀਆਂ ਉਹ ਚੀਜ਼ਾਂ। ਨੋ ਡਾਊਟ ਤੁਸੀਂ ਪਹਿਲਾਂ ਉਹ ਚੀਜ਼ਾਂ ਬਾਰੇ ਸੁਣਿਆ ਵੀ ਹੋਏਗਾ, ਬਟ ਕੁਝ ਨਵਾਂ ਅਲੱਗ ਜਿਹਾ ਟੌਪਿਕ ਹੈ। ਤਾਂ ਉਮੀਦ ਕਰਾਂਗਾ ਕਿ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੁਛ ਨਾ ਕੁਛ ਇਸ ਵੀਡੀਓ ਦੇ ਨਾਲ। ਤਾਂ ਮੇਰੀ ਜਸਟ ਇੱਕ ਕੋਈ ਰਿਕੁਐਸਟ ਹੈ ਜੀ, ਇਸ ਵੀਡੀਓ ਨੂੰ ਪੂਰਾ ਦੇਖਿਓ ਜੇ ਵਾਕਈ ਮੈਂ ਤੁਸੀਂ ਸਿੱਖਣਾ ਚਾਹੁੰਦੇ ਹੋ। ਅਗਰ ਨਹੀਂ ਸਿੱਖਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਇੱਛਾ ਹੈ ਜੀ। ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਕਰੋ, ਜੇ ਨਵੇਂ ਸਟੂਡੈਂਟ ਹੋ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ। ਤਾਂ ਰਾਈਟਿੰਗ ਸਕਿੱਲਸ ਤੋਂ ਸ਼ੁਰੂ ਕਰਦੇ ਹਾਂ ਜੀ, ਪਾਰਟਸ ਆਫ ਸਪੀਚ। ਤਾਂ ਰਾਈਟਿੰਗ ਸਕਿੱਲ ਜਿਵੇਂ ਆਪਾਂ ਨੂੰ ਪਤਾ ਹੈ ਵਰਬਲ ਕਮਿਊਨੀਕੇਸ਼ਨ ਦਾ ਇੱਕ ਪਾਰਟ ਹੈ ਜੀ। ਜੋ ਵਰਬਲ ਕਮਿਊਨੀਕੇਸ਼ਨ ਆਪਾਂ ਪਹਿਲਾਂ ਕਵਰ ਕਰਕੇ ਆਏ ਹਾਂ ਉਸੇ ਦਾ ਇੱਕ ਪਾਰਟ ਹੈ ਰਾਈਟਿੰਗ ਸਕਿੱਲ। ਹੁਣ ਰਾਈਟਿੰਗ ਸਕਿੱਲ ਦੇ ਵਿੱਚ ਕੀ ਆ ਜਾਂਦਾ ਹੈ, ਰਾਈਟਿੰਗ ਸਕਿੱਲਸ ਦੇ ਵਿੱਚੋਂ ਦੇਖੋ ਜੋ ਵੀ ਅਸੀਂ ਲਿਖਿਆ ਹੋਇਆ ਮੈਟਰ ਸ਼ੋ ਕਰਦੇ ਹਾਂ, ਚਾਹੇ ਉਹ ਈਮੇਲ ਹੈ, ਚਾਹੇ ਲੈਟਰਸ ਹੈ, ਚਾਹੇ ਨੋਟਸ ਹੈ ਜਾਂ ਆਰਟੀਕਲਸ ਹੈ ਕੋਈ, ਜਾਂ SMS ਚੈਟ ਵਗੈਰਾ, ਕੁਝ ਵੀ ਜੋ ਵੀ ਚੀਜ਼ ਅਸੀਂ ਲਿਖ ਰਹੇ ਹਾਂ, ਚਾਹੇ ਤੁਸੀਂ ਕੋਈ ਚਿੱਠੀ ਪੱਤਰ ਲਿਖ ਰਹੇ ਹੋ, ਕਾਪੀ ਤੇ ਕੁਝ ਵੀ ਲਿਖ ਰਹੇ ਹੋ, ਆਲ ਆਰ part of writing skill, and writing skill are part of verbal communication. In all these forms of written communication we use sentence to express ourselves. ਹੁਣ ਦੇਖੋ ਇਹਨਾਂ ਨੇ ਕਿਹਾ ਕਿ ਜਿੰਨੀਆਂ ਵੀ written communication ਹੁੰਦੀਆਂ ਨੇ ਆਪਾਂ sentences ਵਗੈਰਾ ਯੂਜ਼ ਕਰਦੇ ਹਾਂ, word ਯੂਜ਼ ਕਰਦੇ ਹਾਂ ਆਪਣੀ ਭਾਵਨਾਵਾਂ ਨੂੰ ਸ਼ੋ ਕਰਨ ਲਈ, ਵਿਅਕਤ ਕਰਨ ਦੇ ਲਈ। ਸੈਂਟੈਂਸਸ ਆਰ ਇੰਪੋਰਟੈਂਟ ਬਿਕੋਜ਼ ਦੇ ਹੈਲਪ ਟੂ ਕਲੀਅਰਲੀ ਪ੍ਰੈਜ਼ੈਂਟ ਦ ਮੈਸੇजेस। ਤਾਂ ਆਪਾਂ ਸੈਂਟੈਂਸਸ ਕਿਉਂ ਲਿਖਦੇ ਹਾਂ, ਕਿਉਂਕਿ ਸੈਂਟੈਂਸਸ ਦੇ ਨਾਲ ਹੀ ਅਸੀਂ ਕਲੀਅਰਲੀ ਆਪਣੇ ਜੋ ਮੈਸੇਜ ਨੂੰ ਹੈ ਪ੍ਰੈਜ਼ੈਂਟ ਕਰ ਸਕਦੇ ਹਾਂ, ਸ਼ੋ ਕਰ ਸਕਦੇ ਹਾਂ। ਇਸੀ ਵਜ੍ਹਾ ਨਾਲ ਆਪਾਂ ਵਰਡਸ ਜਾਂ ਸੈਂਟੈਂਸਸ ਲਿਖਦੇ ਹਾਂ। ਤਾਂ ਸੈਂਟੈਂਸਸ ਕਿਵੇਂ ਬਣਦੇ ਨੇ ਇਹ ਵੀ ਸਾਨੂੰ ਪਤਾ ਹੈ। ਜਦੋਂ ਆਪਾਂ ਕਾਫੀ ਸਾਰੇ ਸ਼ਬਦਾਂ ਨੂੰ ਇਕੱਠਾ ਕਰ ਦਈਏ ਤਾਂ ਉਹ ਇੱਕ ਕੰਪਲੀਟ ਥਾਟ ਜਾਂ ਸੈਂਟੈਂਸ ਬਣ ਜਾਂਦਾ ਹੈ। ਫੋਰ ਐਗਜ਼ਾਮਪਲ, ਪੂਜਾ ਗੋਜ਼ ਟੂ ਸਕੂਲ, ਤਾਂ ਇਹ ਇੱਕ ਤਰ੍ਹਾਂ ਦਾ ਸੈਂਟੈਂਸ ਹੈ। ਉਸ ਤੋਂ ਬਾਅਦ ਅਗਰ ਇੱਕ ਹੋਰ ਐਗਜ਼ਾਮਪਲ ਦੇਖੀਏ, ਅ ਗਰੁੱਪ ਆਫ ਵਰਡਸ ਵਿਚ ਡਜ਼ਨਟ ਮੇਕ ਕੰਪਲੀਟ ਸੈਂਸ। ਹੁਣ ਦੇਖੋ ਜਦੋਂ ਅਸੀਂ ਸੈਂਸ ਦੀ ਗੱਲ ਕਰੀਏ, ਅਗਰ ਇੱਕ ਵਾਕ ਦਾ ਕੋਈ ਨਾ ਕੋਈ ਸੈਂਸ ਬਣ ਰਿਹਾ ਤਾਂ ਉਹ ਇੱਕ ਤਰ੍ਹਾਂ ਨਾਲ ਸੈਂਟੈਂਸ ਹੈ। ਅਗਰ ਕੋਈ ਸੈਂਸ ਨਹੀਂ ਬਣ ਰਹੀ ਹੈ ਤਾਂ ਉਸਨੂੰ ਅਸੀਂ ਕਹਿ ਦਿੰਦੇ ਹਾਂ ਫਰੇਜ਼। ਤਾਂ ਦੋ ਚੀਜ਼ਾਂ ਦੇਖੋ ਉਰੋਂ ਨਿਕਲ ਕੇ ਆਈਆਂ ਨੇ ਕਿ ਅਗਰ ਸੈਂਸ ਬਣ ਰਹੀ ਹੈ ਤਾਂ ਉਹ ਸੈਂਟੈਂਸ ਹੈ, ਅਗਰ ਨਹੀਂ ਬਣ ਰਹੀ ਹੈ ਤਾਂ ਫਰੇਜ਼ ਹੈ। ਤਾਂ ਤੁਹਾਨੂੰ ਇਹ ਕੁਐਸਚਨ ਆਉਣਾ ਚਾਹੀਦਾ, ਵਟ ਇਜ਼ ਸੈਂਟੈਂਸ ਐਂਡ ਵਟ ਇਜ਼ ਫਰੇਜ਼। ਤਾਂ ਫਰੇਜ਼ ਜਿਹੜਾ ਆਪਾਂ ਨੋਰਮਲੀ ਕਹਿੰਦੇ ਹਾਂ, ਜਿਵੇਂ ਪੂਜਾ ਗੋਜ਼, ਹੁਣ ਇਸ ਦੀ ਦੇਖੋ ਕੋਈ ਸੈਂਸ ਨਹੀਂ ਬਣ ਰਹੀ ਹੈ ਕਿਉਂਕਿ ਇਸ ਦੇ ਵਿੱਚੋਂ ਆਬਜੈਕਟ ਮਿਸਿੰਗ ਹੈ, ਸਬਜੈਕਟ ਐਂਡ ਵਰਬ ਪ੍ਰੈਜ਼ੈਂਟ ਹੈ, ਤਾਂ ਇਸ ਨੂੰ ਅਸੀਂ ਫਰੇਜ਼ ਕਹਿ ਦਿੰਦੇ ਹਾਂ। ਅ ਸੈਂਟੈਂਸ ਆਲਵੇਜ਼ ਬਿਗਿਨ ਵਿਦ ਅ ਕੈਪੀਟਲ ਲੈਟਰ। ਬਿਲਕੁਲ ਜੀ, ਕੈਪੀਟਲ ਲੈਟਰ ਦੇ ਨਾਲ ਸ਼ੁਰੂ ਹੋਏਗਾ ਇੱਕ ਵਾਕ ਜਦੋਂ ਆਪਾਂ ਸ਼ੁਰੂ ਕਰਦੇ ਹਾਂ। ਐਂਡ ਇਟ ਆਲਵੇਜ਼ ਐਂਡ ਵਿਦ ਅ ਕੁਐਸਚਨ ਮਾਰਕ, ਫੁੱਲ ਸਟਾਪ ਔਰ ਐਕਸਕਲੇਮੇਸ਼ਨ ਸਾਈਨ ਜਾਂ ਮਾਰਕ ਕਹਿ ਸਕਦੇ ਹਾਂ ਆਪਾਂ। ਹੁਣ ਦੇਖੋ ਇੱਕ ਸੈਂਟੈਂਸ ਜਦੋਂ ਐਂਡ ਕਰਾਂਗੇ ਤਾਂ ਅਸੀਂ ਫੁੱਲ ਸਟਾਪ ਲਗਾਉਂਦੇ ਹਾਂ ਜਾਂ ਕੁਐਸਚਨ ਮਾਰਕ ਆ ਜਾਂਦਾ ਜਾਂ ਐਕਸਕਲੇਮੇਸ਼ਨ ਸਾਈਨ ਜਾਂ ਮਾਰਕ ਆ ਜਾਂਦਾ। ਤਾਂ ਇਸ ਸੈਸ਼ਨ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਪੜ੍ਹਾਂਗੇ। ਤਾਂ ਇਹ ਸੈਸ਼ਨ ਥੋੜ੍ਹਾ ਜਿਹਾ ਰਾਜੇ ਲੰਬਾ ਜਾਏਗਾ, ਪਲੀਜ਼ ਧਿਆਨ ਨਾਲ ਸੁਣਿਓ। ਅੱਗੇ ਆਪਾਂ ਨੂੰ ਦਿੱਤਾ ਹੋਇਆ ਕੈਪੀਟਲਾਈਜੇਸ਼ਨ। ਕੈਪੀਟਲਾਈਜੇਸ਼ਨ ਦਾ ਮਤਲਬ ਹੈ ਕਿ ਕਦੋਂ ਅਸੀਂ ਆਪਣੇ ਸ਼ਬਦਾਂ ਨੂੰ ਜਾਂ ਸੈਂਟੈਂਸ ਜਦੋਂ ਸ਼ੁਰੂ ਕਰਨ ਲੱਗਦੇ ਹਾਂ ਜਾਂ ਕੋਈ ਵੀ ਲੈਟਰ ਜਾਂ ਵਰਡ ਲਿਖ ਰਹੇ ਹਾਂ ਤਾਂ ਉਸਨੂੰ ਅਸੀਂ ਕਦੋਂ ਕੈਪੀਟਲ ਦੇ ਵਿੱਚ ਲਿਖਦੇ ਹਾਂ। ਜਿਵੇਂ ਹੁਣ ਦੇਖੋ ਇਹ ਸੈਂਟੈਂਸ ਸ਼ੁਰੂ ਹੋ ਰਿਹਾ ਤਾਂ ਜੋ W ਹੈ ਉਹ ਬੜਾ ਹੈ, ਹਾਊਐਵਰ ਦਾ H ਬੜਾ ਹੈ। ਤਾਂ ਇੱਦਾਂ ਕਰਕੇ ਅਸੀਂ ਕਦੋਂ ਕਿਹੜੀ ਸਿਚੁਏਸ਼ਨ ਦੇ ਵਿੱਚ ਅਸੀਂ ਕੈਪੀਟਲ ਲੈਟਰ ਯੂਜ਼ ਕਰਦੇ ਹਾਂ। ਤਾਂ ਉਸ ਦੇ ਲਈ ਆਪਣੇ ਕੋਲ ਇੱਕ ਰੂਲ ਹੈ, ਟਿੰਸ ਨਾਮ ਦਾ ਰੂਲ ਹੈ। ਇਸ ਰੂਲ ਬਾਰੇ ਅੱਗੇ ਆਪਾਂ ਦੇਖਦੇ ਹਾਂ। ਟਿੰਸ ਨਾਮ ਦੇ ਰੂਲ ਦਾ ਮਤਲਬ ਹੈ ਟਾਈਟਲ, ਵਰਡ, ਨੇਮਸ ਐਂਡ ਸਟਾਰਟਿੰਗ ਲੈਟਰ ਆਫ ਸੈਂਟੈਂਸ। ਤਾਂ ਜਦੋਂ ਵੀ ਕੋਈ ਟਾਈਟਲ ਆ ਜਾਏ ਤਾਂ ਉਸਨੂੰ ਅਸੀਂ ਬੜੇ ਅੱਖਰਾਂ ਦੇ ਵਿੱਚ ਸ਼ੁਰੂ ਕਰਾਂਗੇ। ਕਹਿਣ ਦਾ ਮਤਲਬ ਹੈ ਕਿ ਜਦੋਂ ਆਪਾਂ ਟਾਈਟਲ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਉਸਦਾ ਫਰਸਟ ਵਰਡ ਆਪਾਂ ਬੜਾ ਲਿਖਾਂਗੇ। ਕੋਈ ਵਰਡ ਆਈ ਹੈ, ਜਿਵੇਂ ਆਈ ਐਮ ਅ ਟੀਚਰ, ਤਾਂ ਆਈ ਵਰਡ ਹਮੇਸ਼ਾ ਬੜਾ ਰਹੇਗਾ।
चाहे विच आंदा वो चाहे स्टार्टिंग दे आंदा, आई नूं हमेशा बड़ा लिखांगे। नेम्स दा पहला अखर कोई भी नाम लिख रहे हैं जिवें मुस्कान हो गया, मनजोत है, तो एम जो है वो बड़ा रहेगा। स्टार्टिंग लैटर ऑफ सेंटेंस, कोई भी वाक शुरू कर रहे हैं उसका फर्स्ट वर्ड जो है बड़ा रहेगा। चाहे मैं डिटेल दे विच तुहानूं पंजाबी दे विच दस चुकिया, वही चीज़ां दसिया हुई ने। कैपिटलाइज द फर्स्ट लैटर इन द टाइटल यूज्ड बिफोर पीपल्स नेम, जिवें डॉक्टर मलिक दा डी बड़ा, या टीचर दा नाम लिख रहे हैं वो अगे नेम्स दे विच कवर हो जाएगा। जिवें प्रिंसीपल आपां लिख रहे हैं तो प्रिंसीपल दा पी बड़ा होएगा, मिस्टर लिख रहे हैं तो एम बड़ा होएगा। ऐदां करके असीं टाइटल्स नूं बड़ा लिखते हैं, मतलब फर्स्ट वर्ड बड़ा लिखते हैं। आई किते भी आ जाए, चाहे स्टार्टिंग ते चाहे विच विचाले है, आई नूं हमेशा असीं बड़ा ही लिखांगे। दैन उस तो बाद नेम्स, अगर कोई नाम लिख रहे हैं किसी चीज़ का, किसी भी चीज़ का नाम लिख रहे हैं तो उसका पहला जो लैटर है वो बड़ा आएगा। हुण जिवें एग्जाम्पल दे विच इन्हां ने दस्सिया होया कि पीपल हो गया, प्लेस, डेज है, मंथ है, इन्हां दे नाम लिख रहे हैं आपां बड़ा ही लिखांगे। जिवें डेज फ्राइडे, इसका बड़ा आ गया पहला अखर, नाम है तो पहला अखर बड़ा है, जून का जे बड़ा है, लंडन का एल बड़ा है। ऐदां करके असीं नेम्स दे विच भी बड़ा रखांगे। दैन अगर स्टार्टिंग लैटर ऑफ सेंटेंस है तो सेंटेंस दे विच भी फर्स्ट जो अल्फाबैट है वो कैपिटल दे विच ही आएगा। तो टिन्स नूं याद रखना है जी। हुण देखो पहली चीज़ जो इस दे विचों बहुत इंपॉर्टेंट सीखण नूं मिली है, दैट इज़ टिन्स। टाइटल, वर्ड आई, नेम्स एंड स्टार्टिंग लैटर ऑफ सेंटेंस, तो टिन्स नूं असीं माइंड ते रखांगे। दैन उस तो बाद आंदा अपने कोल पंचुएशन। हुण पंचुएशन क्या हुंदा है? पंचुएशन का मतलब हुंदा है कोई भी फुल स्टॉप लगा रहे हैं, कॉमा लगा रहे हैं, क्वेश्चन मार्क लगा रहे हैं, एक्सक्लेमेशन साइन लगा रहे हैं या अपोस्ट्रोफिज लगा रहे हैं, तो इन्हां सारिਆਂ ਨੂੰ ਅਸੀਂ पंचुएशन मार्क्स कह दिंदे ਹਾਂ। हुण पंचुएशन ਦੇ ਵਿੱਚ देखो फुल स्टॉप बारे ਤੁਹਾਨੂੰ पता है कि एक बिंदी लगा रहे हैं, कॉमा है, क्वेश्चन मार्क है, एक्सक्लेमेशन कुछ ਇੱਦਾਂ हो गया, विस्मिक चिन्ह जिस ਨੂੰ ਅਸੀਂ ਕਹਿੰਦੇ ਹਾਂ, ਤਾਂ ਇਹਨਾਂ ਸਾਰਿਆਂ ਨੂੰ ਅਸੀਂ ਪੰਚੁਏਸ਼ਨ ਮਾਰਕਸ ਕਹਿੰਦੇ ਹਾਂ। ਕਿ ਇਹਨਾਂ ਨੂੰ ਯੂਜ਼ ਕਿਵੇਂ ਕਰੀਦਾ ਤੇ ਐਗਜ਼ਾਮਪਲ ਦੇਖਦੇ ਹਾਂ ਜੀ। ਜਿਵੇਂ ਫੁੱਲ ਸਟਾਪ ਹੈ, ਫੁੱਲ ਸਟਾਪ ਦੋ ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ ਹੈ, ਜਾਂ ਤਾਂ ਅਸੀਂ ਯੂਜ਼ ਕਰੀਏ ਕਿ ਕਿਸੇ ਸੈਂਟੈਂਸ ਦਾ ਆਪਾਂ ਐਂਡ ਕਰ ਰਹੇ ਹਾਂ, ਜਿਵੇਂ ਕੋਈ ਵਾਕ ਖਤਮ ਹੋ ਗਿਆ ਤਾਂ ਉਸ ਦੇ ਐਂਡ ਤੇ ਆਪਾਂ ਫੁੱਲ ਸਟਾਪ ਲਗਾ ਰਹੇ ਹਾਂ, ਜਾਂ ਫਿਰ ਕੋਈ ਬੜਾ ਨਾਮ ਲਿਖ ਰਹੇ ਹਾਂ ਤੇ ਉਸ ਨੂੰ ਸ਼ਾਰਟ ਫਾਰਮ ਦੇ ਵਿੱਚ ਲਿਖਣਾ ਹੋਵੇ ਉਦੋਂ ਵੀ ਅਸੀਂ ਫੁੱਲ ਸਟਾਪ ਲਗਾ ਦਿੰਦੇ ਹਾਂ। ਜਿਵੇਂ ਪ੍ਰਿੰਸੀਪਲ ਪੂਰਾ ਲਿਖਣ ਦੇ ਬਜਾਏ ਤੁਸੀਂ PRIN ਡਾਟ ਪਾ ਦਿੰਦੇ ਹੋ, ਜਾਂ ਫਿਰ ਪ੍ਰੋਫੈਸਰ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਆ, ਉਮਰ ਇਜ਼ ਅ ਪ੍ਰੋਫੈਸਰ, ਲਾਈਨ ਖਤਮ ਹੋ ਗਈ, ਐਂਡ ਦੇ ਵਿੱਚ ਫੁੱਲ ਸਟਾਪ ਆ ਗਿਆ। ਉਸ ਤੋਂ ਬਾਅਦ ਹਿਸ ਸਟੂਡੈਂਟ ਕਾਲ ਹਿਮ ਪ੍ਰੋਫ ਉਮਰ, मतलब प्रोफैसर ਦੀ ਸ਼ਾਰਟ ਫਾਰਮ ਲਿਖਤੀ ਇਹਨਾਂ ਨੇ, ਨਾਲ ਫੁੱਲ ਸਟਾਪ ਲਗਾਤਾ ਹੈ। ਦੋ ਕੰਡੀਸ਼ਨਸ ਹੈ ਜਿੱਥੇ ਅਸੀਂ ਫੁੱਲ ਸਟਾਪ ਯੂਜ਼ ਕਰ ਸਕਦੇ ਹਾਂ। तर अजे हो सके तो ये चीज़ां तुसीं कॉपी ते नोट करो, बड़ी अच्छी चीज़ां ने, काफ़ी काम आउणगीआं तुहाडे। हालांकि तुहानूं पता होएगा हाउ टू यूज़, बट स्टिल तुसीं नोट करो ताकि तुहाडी मैमरी दे विच फिट हो जाए। दैन उस तो बाद आंदा कॉमा। हुण कॉमा कदों यूज़ करदे हां? यूज़ टू इंडिकेट पॉज इन द सेंटेंस। जदों असीं सेंटेंस दे विच कोई भी आराम या पॉज देना होवे, जो रुक के कुछ बोलना होवे, तो उदों असीं कॉमा यूज़ करते हैं। जिमें आफ्टर गेटिंग डाउन फ्रॉम द बस, भी बस तो उतरन तो बाद, आई वॉक टूवर्ड माई स्कूल, भी मैं स्कूल वाल गया। बस तो बाद इन्होंने पॉज देना है, मतलब थोड़ा जिहा रुक के फिर अगला वाक असीं शुरू कर रहे हैं। या फिर असीं कॉमा दो चीज़ों को सैपरेट करने के लिए भी यूज़ कर सकते हैं। द ग्रोसरी स्टोर हैड फ्रैश कीवीज़, स्ट्रॉबेरीज एंड मैंगो। कीवीज़ एंड स्ट्रॉबेरीज को अलग अलग करने के लिए असीं कॉमा लगा रहे हैं। दैन क्वेश्चन मार्क तुहानूं चंगी तरह पता है कि जदों असीं क्वेश्चन बनाना होवे तां उदों असीं क्वेश्चन मार्क यूज़ करते हैं। इन्हां ने भी आही दस्सिया आपां नूं, क्वेश्चन के एंड दे विच असीं यूज़ करांगे। जिवें वेयर इज़ योर बुक, तां इस नूं असीं ऐदां यूज़ कर सकते हैं। एक्सक्लेमेशन साइन, विस्मिक चिन्ह कदों यूज़ करते हैं? जदों असीं कोई स्ट्रॉन्ग फीलिंग शो करनी होवे, कोई ऐसा शब्द यूज़ कर रहे हैं जो असी अपनी फीलिंग नू बयान करने के लिए यूज़ करते हैं। जिमें वाओ हो गया या हुर्रे हो गया, ऐदां दे साइन, या अलास हो गया, ऐदां दे शब्दां दे नाल असी विस्मिक चिन्ह या एक्सक्लेमेशन साइन कह लो, इन्हां नू असी यूज़ करते हैं। तो दो चीज़ां आपां सीख चुके हैं जी हुण तक।
पहला सीगा टिन्स रूल, दैन सैकेंड वन इज पंचुएशन मार्क। नैक्सट मूव करते हैं अपॉस्ट्रोफ। तो अपॉस्ट्रोफ लास्ट चीज़ है जी इस टॉपिक दी, मतलब ये पंचुएशन मार्क्स की अपॉस्ट्रोफ लास्ट चीज़ है। अपॉस्ट्रोफ का मतलब होंगे जो कॉमा ਆਪਾਂ ਉੱਪਰ करके पाने उसनों ਅਸੀਂ अपॉस्ट्रोफ कहते हैं। दो चीज़ों ਦੇ ਵਿੱਚ यूज ਹੁੰਦਾ है, यूज्ड फॉलोड बाय एन एस। ਜਦੋਂ ਅਸੀਂ किसी शब्द ਦੇ ਨਾਲ कॉमा पा के एस लगाना होवे, ਉੱਪਰ कॉमा पा के एस लगाना होवे, ਤਾਂ ਉਦੋਂ ਅਸੀਂ अपॉस्ट्रोफ यूज करते हैं। तो ये क्या शो करता है, पोजैशन ਨੂੰ शो करता है या बिलोंगिंग ਨੂੰ शो करता है। देखो पोजैशन या बिलोंगिंग का मतलब होंगे है कि ये चीज़ मेरे तो बिलोंग करती है, मेरी चीज़ है, तो इस चीज़ में ਅਸੀਂ पोजैशन या बिलोंगिंग कह देते हैं। या फिर यूज्ड विद शॉर्टनड फॉर्म ऑफ वर्ड इन इनफॉर्मल स्पीच। जो मतलब नॉर्मली आप कोई चीज़ लिख रहे हैं, किसी हायर अथॉरिटी ਨੂੰ नहीं लिखनी होवे, सिंपली लिख रहे हैं, तो उदों भी असी शब्दों को छोटा करने के लिए असी अपॉस्ट्रोफ लगा देंगे हैं। जिमें इज़ नॉट नो इजंट लिख रहे हैं, लेट्स गो ऐदा कुछ लिख रहे हैं, तो ये चीज़ों लिए भी असी अपॉस्ट्रोफ लगाने हैं। दैट इज़ शोभाज कैट, भी वो जो बिल्ली है वो किसदी है, शोभा दी है। तो ऐदा करके असी यूज़ कर सकते हैं अपॉस्ट्रोफ नूं। आई होप कि ये चीज़ां तुहानूं समझ आईयां होणगीआं। नैक्सट देखते हैं बेसिक पार्ट्स ऑफ स्पीच। जदों असी कोई चीज़ बोल रहे हैं या फिर कोई शब्द लिख रहे हैं या वाक लिख रहे हैं, तो उन्होंने लिए किहड़ियां चीज़ां रिक्वायर्ड है जी सानूं। ये तो कुल मिला के इस दे विच असी ग्रामर पोर्शन कवर कर रहे हैं। तो थोड़ी बहुती चीज़ां इस दे विच दित्तियां होईयां ने, ज़्यादा डीप नहीं गए हैं आपां, सिर्फ नॉर्मल जिहा दिता होया। इन्हां बारे तुहानूं पता भी होएगा, बट स्टिल आपां इस वीडियो दे विच कवर करन जा रहे हैं। जल्दी तो देखते हैं चीज़ां हुंदियां की हैं। तो फस्ट ऑफ ऑल आपां नूं दिता होया नाउन्स। तो नाउन्स क्या होंदा, पंजाबी दे आपां इसनूं नाम कह दिंदे आ जी, नेम प्लेस एनीमल थिंग। इन्हां दे नामां नूं असीं कहने आ नाउन्स। अगर नाम की थां ते कोई शब्द यूज़ कर रहे हैं, जिमें ओह एक लड़का है, तो आपां ही शी यू आई ऐदां दे शब्दों नूं असीं कह दिंदे आ प्रोनाउंस। दैन उस तो बाद अपने कोल है एडजैक्टिव। एडजैक्टिव हुंदा है किसी चीज़ की विशेषता नूं प्रगट करन वाले शब्दों नूं असीं कह दिंदे आ एडजैक्टिव। दैन उस तो बाद है वर्ब। क्रिया नूं असीं वर्ब कहने आ जी, किसी काम दे होने नूं असीं वर्ब कहने आ। दैन लास्ट वन इज़ एडवर्ब, जो किसी शब्द की विशेषता नूं वधावे, या कह लो वर्ब की विशेषता या एडजैक्टिव नूं एक्सप्लेन करे, उन्हां शब्दों नूं असीं एडवर्ब कह दिंदे आ। तो इन्हां नूं थोड़ा जिहा डिटेल ते कवर करते हैं विद एग्जाम्पल, ताकि सानूं समझ आ जाए। हुण जिवें नाउन है, तो नाउन कादे लई यूज़ होंदा है, जो नाम है किसी चीज़ का, या किसी प्लेस का नाम है, या किसी आइडिया या किसी चीज़ का नाम है, उसनों असीं नाउन कह दिंदे हैं। जिवें कविता नाउन है। उस तो बाद अगर उरे बुक का नाम दिता होवे, तो वह भी एक तरह का नाउन है। जिवें इत्थे नाम दिते हुए हैं टाइगर, ट्रुथ, इंडिया, राज, जनवरी, ये सारे ही नाम है। तो नाम के थां ते वरते जाने वाले शब्दों को असीं कहने हैं प्रोनाउंस या प्रनाव कह दिंदे हैं। जिवें कविता अबाउट अ बुक, तो कविता के थां ते इन्होंने शी लगाता, तो शी नूं असीं प्रोनाउन कहांगे। दैन नैक्सट वन इज़ एडजैक्टिव। वर्ड्स दैट डिस्क्राइब अदर वर्ड्स, तो दूजे शब्दों को डिस्क्राइब करन वाले, व्याख्या करन वाले शब्दों को असीं कहने आ एडजैक्टिव, या कह लो किसी चीज़ की विशेषता दसन वाले शब्दों को असीं कहने आ एडजैक्टिव। जिमें बेस्ट सैलिंग बुक, हुण जो बुक शब्द है उसनों बयान कर रहा है बेस्ट सैलिंग, तो बेस्ट सैलिंग इज एन एडजैक्टिव। हुण जिवें लार्ज, रेड, नोटी, तो ऐसे शब्दों को असीं एडजैक्टिव कह दिंदे हैं। दैन वर्ब आंदा जी क्रिया, जो एक्शन नूं शो करे, मतलब काम दे होने नूं शो करे। जिवें कविता बाइज अ न्यू बुक, तो बाइज मतलब खरीद रही है, काम की चल रहा है खरीदना, तो खरीदना इज वर्ब। दैन सिमिलरली लास्ट वन इज़ एडवर्ब, जो एडजैक्टिव एंड वर्ब नूं मिला के बनिया। वर्ड्स दैट एड मीनिंग टू वर्ब बाय आंसरिंग हाउ, हाउ ओपन, वैन एंड वेयर। ये चीज़ समझण वाली है जी, इसनूं ध्यान नाल समझो। कुछ ऐसे शब्द जो एक तरह नाल वर्ब नूं ही व्याख्या देन या बयान करन, तो उन्हां नूं असीं एडवर्ब कहने आ। ते वर्ब नूं किवें बयान करन या व्याख्या देन कि एक काम किवें हो रहा, कितनी बार हो रहा, तो कदों हो रहा, तो कित्थे हो रहा, ऐसे चीज़ों को असीं एडवर्ब कह दिंदे हैं। जिवें कविता क्विकली रीड हर बुक, तो क्विकली जो शब्द है भी कविता पढ़ता रही है पर क्विकली पढ़ रही है, बहुत जल्दी पढ़ रही है,
ਤਾਂ ਕੁਇਕਲੀ ਸ਼ਬਦ ਨੂੰ ਅਸੀਂ ਕਹਿ ਦਿੰਦੇ ਹਾਂ ਐਡਵਰਬ। ਤਾਂ ਇਹ ਸੀਗਾ ਜੀ ਆਪਣਾ ਪਾਰਟ ਆਫ ਸਪੀਚ ਜੋ ਅਸੀਂ ਕਵਰ ਕਰਕੇ ਹਟੇ ਹਾਂ। ਨਾਓ ਨੈਕਸਟ ਦੇਖਦੇ ਹਾਂ, ਲੈਟ ਅਸ ਨਾਓ ਸੀ ਹਾਊ ਥੀਸ ਵਰਡਸ ਆਰ ਯੂਜ਼ਡ। ਰੀਡ ਅਲਾਉਡ ਦ ਸੈਂਟੈਂਸ ਗਿਵਨ ਬਿਲੋ। ਹੁਰੇ, ਸ਼ਾਮ ਐਂਡ ਹਿਸ ਟੀਮ ਵਨ ਦ ਐਕਸਾਈਟਿੰਗ ਮੈਚ ਯੈਸਟਰਡੇ। ਤਾਂ ਇਸ ਦੇ ਵਿੱਚੋਂ ਆਪਾਂ ਦੇਖਣਾ ਹੈ ਕਿ ਕਿਹੜੇ ਕਿਹੜੇ ਪਾਰਟ ਆਫ ਸਪੀਚ ਹੈ। ਜਿਵੇਂ ਸ਼ਾਮ ਹੋ ਗਿਆ, ਨਾਊਨ ਹੈ, ਹਿਜ਼ ਪ੍ਰੋਨਾਊਨ ਹੈ, ਵੌਨ ਇੱਕ ਤਰ੍ਹਾਂ ਨਾਲ ਵਰਬ ਹੈ, ਐਕਸਾਈਟਿੰਗ ਮੈਚ ਇਹ ਐਡਵਰਬ ਹੈ। ਤਾਂ ਇੱਦਾਂ ਕਰਕੇ ਇਸ ਨੂੰ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਦੈਨ ਨੈਕਸਟ ਆਪਣੇ ਕੋਲ ਟੌਪਿਕ ਆਉਂਦਾ ਸਪੋਰਟਿੰਗ ਪਾਰਟ ਆਫ ਸਪੀਚ ਟਾਈਪ। ਸਪੋਰਟ ਮਤਲਬ ਜਦੋਂ ਅਸੀਂ ਕੋਈ ਵਾਕ ਵਗੈਰਾ ਲਿਖ ਰਹੇ ਹਾਂ ਜਾਂ ਕਹਿ ਲਓ ਕਿ ਪਾਰਟ ਆਫ ਸਪੀਚ ਨੂੰ ਕਵਰ ਕਰ ਰਹੇ ਹਾਂ, ਤਾਂ ਉਸ ਦੇ ਵਿੱਚ ਆਪਣੇ ਕੋਲ ਹੋਰ ਕਿਆ ਚੀਜ਼ਾਂ ਆਉਂਦੀਆਂ ਨੇ। ਤਾਂ ਹੋਰ ਇਸ ਦੇ ਵਿੱਚ ਆਉਂਦਾ ਆਰਟੀਕਲਸ, ਕੰਜੰਕਸ਼ਨਸ, ਦੈਨ ਪ੍ਰੈਪੋਜੀਸ਼ਨ, ਦੈਨ ਇੰਟਰਜੈਕਸ਼ਨ। ਇਹਨਾਂ ਨੂੰ ਵੀ ਜਲਦੀ ਤੋਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਜਿਵੇਂ ਆਰਟੀਕਲਸ ਜਨਰਲੀ ਯੂਜ਼ਡ ਬਿਫੋਰ ਨਾਊਨਸ। ਤਾਂ ਨਾਊਨ ਤੋਂ ਪਹਿਲਾਂ ਯੂਜ਼ ਹੁੰਦੀਆਂ ਨੇ, ਜਿਵੇਂ ਐਨ, ਏ ਐਂਡ ਦ। ਹੁਣ ਐਨ ਕਦੋਂ ਯੂਜ਼ ਹੁੰਦਾ? ਵੋਵਲ ਸਾਊਂਡ ਤੋਂ ਪਹਿਲਾਂ। ਇਹ ਕਦੋਂ ਯੂਜ਼ ਹੁੰਦਾ? ਯੂਜ਼ਡ ਬਿਫੋਰ ਨਾਊਨਸ ਵਿਦ ਕੌਨਸੋਨੈਂਟ ਸਾਊਂਡ। ਤਾਂ ਨਾਊਨ ਤੋਂ ਪਹਿਲਾਂ ਯੂਜ਼ ਕਰ ਸਕਦੇ ਹਾਂ, ਜਾਂ ਵੋਵਲ ਤੋਂ ਇਲਾਵਾ ਕੋਈ ਵਰਡ ਹੋਵੇ ਤਾਂ ਉਹਦੇ ਲਈ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸਾਊਂਡ ਹੋਣੀ ਚਾਹੀਦੀ ਹੈ। ਦ ਰੈਫਰ ਟੂ ਸਪੈਸੀਫਿਕ ਔਰ ਪਰਟੀਕੂਲਰ ਵਰਡਸ। ਤਾਂ ਸਪੈਸੀਫਿਕ ਜਾਂ ਪਰਟੀਕੂਲਰ ਵਰਡਸ ਦੇ ਲਈ ਅਸੀਂ ਦ ਯੂਜ਼ ਕਰਦੇ ਹਾਂ। ਜਿਵੇਂ ਵਾਓ, ਦ ਬॉय ਵਾਜ਼ ਟੇਕਨ ਬਾਈ ਸਰਪ੍ਰਾਈਜ਼ ਬਿਕੋਜ਼ ਹੀ ਸੌ ਅ ਬਰਡ ਫਲਾਈਂਗ ਓਵਰ ਹਿਜ਼ ਹੈਡ। ਤਾਂ ਜਿਵੇਂ ਦਾ ਬॉय ਕਿਸੇ ਪਰਟੀਕੂਲਰ ਵਿਅਕਤੀ ਬਾਰੇ ਗੱਲ ਕਰ ਰਹੇ ਹਾਂ। ਇਹ ਵਰਡ ਇੱਕ ਪੰਛੀ ਬਾਰੇ ਗੱਲ ਕਰ ਰਹੇ ਹਾਂ। ਹਾਲਾਂਕਿ ਉਰੇ ਐਨ ਨਹੀਂ ਆਇਆ, ਬਟ ਆਈ ਹੋਪ ਕਿ ਤੁਹਾਨੂੰ ਪਤਾ ਹੋਏਗਾ ਇਹਨਾਂ ਚੀਜ਼ਾਂ ਦਾ। ਦੈਨ ਕੰਜੰਕਸ਼ਨ ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਦੋ ਨਾਊਨਸ ਨੂੰ ਜੋੜਨਾ ਹੋਵੇ, ਫਰੇਜ਼ਸ ਨੂੰ ਜੋੜਨਾ ਹੋਵੇ ਜਾਂ ਸੈਂਟੈਂਸ ਨੂੰ ਜੋੜਨਾ ਹੋਵੇ, ਉਦੋਂ ਅਸੀਂ ਯੂਜ਼ ਕਰਦੇ ਹਾਂ ਕੰਜੰਕਸ਼ਨ ਨੂੰ। ਜਿਵੇਂ ਐਗਜ਼ਾਮਪਲ ਹੈ ਐਂਡ, ਬਟ, ਬਿਕੋਜ਼। ਤਾਂ ਇਹ ਸ਼ਬਦਾਂ ਨੂੰ ਅਸੀਂ ਕੰਜੰਕਸ਼ਨ ਕਹਿ ਦਿੰਦੇ ਹਾਂ। ਜਿਵੇਂ ਐਗਜ਼ਾਮਪਲ ਹੈ ਬਾਈ ਸਰਪ੍ਰਾਈਜ਼ ਬਿਕੋਜ਼ ਹੀ ਸੌ ਅ ਬਰਡ। ਦੈਨ ਲਾਸਟ ਚੀਜ਼ਾਂ ਦੋ ਬਚ ਗਈਆਂ ਆਪਣੇ ਕੋਲ, ਇਹਨਾਂ ਨੂੰ ਦੇਖਦੇ ਹਾਂ। ਪ੍ਰੈਪੋਜੀਸ਼ਨ ਔਨ, ਓਵਰ, ਇਨ, ਅੰਡਰ ਕਨੈਕਟਸ ਵਨ ਵਰਡ ਵਿਦ ਅਨਦਰ ਟੂ ਯੂਜ਼ਲੀ ਆਨਸਰ ਦਾ ਕੁਐਸਚਨ ਵੇਅਰ, ਵੈਨ ਐਂਡ ਹਾਊ। ਤਾਂ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਆ ਇਹ ਸ਼ਬਦ। ਤਾਂ ਇਹਨਾਂ ਸ਼ਬਦਾਂ ਤੋਂ ਆਪਾਂ ਨੂੰ ਆਨਸਰ ਕਿਆ ਮਿਲਦਾ ਹੈ ਕਿ ਕੋਈ ਵੀ ਪਰਟੀਕੂਲਰ ਕੰਮ ਹੈ, ਵੇਅਰ ਮਤਲਬ ਕਿੱਥੇ ਹੋ ਰਿਹਾ, ਵੈਨ ਕਦੋਂ ਹੋ ਰਿਹਾ, ਅਤੇ ਹਾਊ ਕਿਵੇਂ ਹੋ ਰਿਹਾ। ਤਾਂ ਇਹਨਾਂ ਸ਼ਬਦਾਂ ਨੂੰ ਇੱਦਾਂ ਕਰਕੇ ਅਸੀਂ ਰਿਲੇਟ ਕਰ ਸਕਦੇ ਹਾਂ। ਜਿਵੇਂ ਓਵਰ ਮਤਲਬ ਸਿਰ ਦੇ ਉੱਪਰ ਕੋਈ ਚੀਜ਼ ਉੱਡ ਰਹੀ ਹੈ, ਤਾਂ ਇੱਦਾਂ ਅਸੀਂ ਇਹਨਾਂ ਸ਼ਬਦਾਂ ਨੂੰ ਕਹਿ ਸਕਦੇ ਹਾਂ। ਦੈਨ ਲਾਸਟ ਵਨ ਇਜ਼ ਇੰਟਰਜੈਕਸ਼ਨ। ਜਿਵੇਂ ਵਾਓ ਐਂਡ ਹੈਲਪ, ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ। ਜਦੋਂ ਆਪਾਂ ਸਟਰੋਂਗ ਫੀਲਿੰਗ ਜਾਂ ਇਮੋਸ਼ਨਸ ਨੂੰ ਅਸੀਂ ਸ਼ੋਅ ਕਰਨਾ ਹੋਵੇ, ਉਦੋਂ ਅਸੀਂ ਇੰਟਰਜੈਕਸ਼ਨ ਨੂੰ ਯੂਜ਼ ਕਰਦੇ ਹਾਂ। ਜਿਵੇਂ ਵਾਓ ਸ਼ਬਦ ਹੋ ਗਿਆ, ਅਗੇਨ ਉਹੀ ਜੋ ਆਪਾਂ ਪਹਿਲਾਂ ਕਵਰ ਕਰਕੇ ਹਟੇ ਹਾਂ। ਤਾਂ ਇਹ ਸੀਗਾ ਜੀ ਸੈਸ਼ਨ ਦੇ ਵਿੱਚ ਥੋੜ੍ਹਾ ਜਿਹਾ ਲੈਂਥੀ ਚਲਾ ਗਿਆ, ਬਟ ਕਾਫੀ ਚੀਜ਼ਾਂ ਐਸੀਆਂ ਸੀਗੀਆਂ ਜੋ ਸਿੱਖਣ ਵਾਲੀਆਂ ਸੀਗੀਆਂ। ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਜਲਦੀ ਤੋਂ ਪ੍ਰੈਕਟੀਕਲ ਐਕਸਰਸਾਈਜ਼ ਦੇਖ ਲੈਂਦੇ ਹਾਂ ਜੋ ਚੀਜ਼ਾਂ ਆਪਾਂ ਨੂੰ ਕਵਰ ਕਰਨ ਵਾਲੀ ਹੈ। ਤਾਂ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਇਨ ਵਿਚ ਆਫ ਦਾ ਫੋਲੋਇੰਗ ਦਾ ਅੰਡਰਲਾਈਨਡ ਵਰਡ ਇਜ਼ ਐਨ ਐਡਜੈਕਟਿਵ। ਹਾਲਾਂਕਿ ਇਹਨਾਂ ਨੇ ਕਿਹਾ ਕਿ ਅੰਡਰਲਾਈਨ ਵਰਡ ਲੱਭੋ ਕਿ ਕਿਹੜਾ ਐਡਜੈਕਟਿਵ ਹੈ, ਪਰ ਉਰੇ ਅੰਡਰਲਾਈਨ ਕੁਝ ਵੀ ਨਹੀਂ ਕੀਤਾ ਹੋਇਆ। ਪਰ ਆਪਾਂ ਦੇਖਦੇ ਹਾਂ ਕਿ ਕਿਆ ਚੀਜ਼ ਐਡਜੈਕਟਿਵ ਹੋ ਸਕਦੀ ਹੈ। ਜਿਵੇਂ ਰਾਧਾ ਹੈਜ਼ ਅ ਰੈੱਡ ਡਰੈਸ। ਤਾਂ ਇਸ ਦੇ ਵਿੱਚ ਆਈ ਥਿੰਕ ਕੁਝ ਵੀ ਐਡਜੈਕਟਿਵ ਨਹੀਂ ਹੋਏਗਾ ਅਗਰ ਦੇਖਿਆ ਜਾਵੇ ਤਾਂ। ਰੈੱਡ ਨੂੰ ਅਸੀਂ ਕਹਿ ਸਕਦੇ ਹਾਂ ਆਈ ਕੈਨ ਸਪੀਕ ਫਰੈਂਚ, ਇਸ ਦੇ ਵਿੱਚ ਕੁਝ ਨਹੀਂ ਆਏਗਾ। ਦ ਗਰਲ ਔਨ ਦ ਟ੍ਰੇਨ ਇਜ਼ ਬੈਸਟ ਸੈਲਰ, ਤਾਂ ਬੈਸਟ ਸੈਲਰ ਐਡਜੈਕਟਿਵ ਹੈ। ਅਬਦੁਲ ਕੈਨ ਸਵਿਮ ਫਾਸਟ, ਤਾਂ ਇਹ ਨਹੀਂ ਹੈ ਜੀ ਕਿਉਂਕਿ ਇਹ ਐਡਵਰਬ ਹੈ, ਤਾਂ ਐਡਜੈਕਟਿਵ ਲੱਭਣਾ ਸੀ। ਤਾਂ ਰੈੱਡ ਵੀ ਆਪਾਂ ਕਹਿ ਸਕਦੇ ਹਾਂ ਕਿ ਰੈੱਡ ਨਹੀਂ ਹੈ, ਓਨਲੀ ਬੈਸਟ ਸੈਲਰ ਹੈ, ਉਹ ਆਪਣਾ ਐਡਜੈਕਟਿਵ ਹੈ। ਦੈਨ ਉਸ ਤੋਂ ਬਾਅਦ ਆਪਾਂ ਦੇਖਣਾ ਹੈ ਕਿ ਵਿਚ ਆਫ ਦੀਜ਼ ਸੈਂਟੈਂਸ ਇਜ਼ ਕੈਪੀਟਲਾਈਜ਼ਡ ਕਰੈਕਟਲੀ। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਕਰੈਕਟਲੀ ਕੈਪੀਟਲਾਈਜ਼ ਕੀਤੀ ਗਈ ਹੈ। ਰਵੀ ਐਂਡ ਆਈ ਛੋਟਾ ਹੈ ਜੀ, ਰੂਲ ਦੇ ਮੁਤਾਬਿਕ ਆਈ ਬੜਾ ਹੀ ਲਿਖਣਾ ਹੈ। ਸਲੀਮ ਇਜ਼ ਵਿਜ਼ਿਟਿੰਗ ਇੰਡੀਆ ਇਨ ਜੁਲਾਈ, ਦੇ ਵਿੱਚੋਂ ਜੋ ਜੁਲਾਈ ਹੈ ਉਹ ਕੈਪੀਟਲ ਆਉਣਾ ਸੀ ਪਰ ਇਹਨਾਂ ਨੇ ਸਮਾਲ ਲਿਖਿਆ। ਦ ਟਾਈਗਰ ਇਜ਼ ਸਟਰੋਂਗ ਐਨੀਮਲ, ਤਾਂ ਇਹ ਵੀ ਗਲਤ ਕਹਿ ਸਕਦੇ ਹਾਂ ਆਪਾਂ ਕਿਉਂਕਿ ਇਸ ਦੇ ਵਿੱਚ ਜੋ ਸੈਕਿੰਡ ਵਾਕ ਹੈ, ਸੈਕਿੰਡ ਜੋ ਸ਼ਬਦ ਹੈ ਟਾਈਗਰ, ਇਸ ਦਾ ਟੀ ਕੈਪੀਟਲ ਪਾਇਆ ਹੋਇਆ ਜੋ ਨਹੀਂ ਹੋਣਾ ਚਾਹੀਦਾ। ਤਾਂ ਲਾਸਟ ਵਨ ਇਜ਼ ਕਰੈਕਟ ਆਂਸਰ ਕਿਉਂਕਿ ਇਸ ਦੇ ਵਿੱਚ ਜੋ ਦਿਨ ਦਾ ਨਾਮ ਹੈ ਉਹ ਵੀ ਬੜਾ ਹੈ
ਤੇ ਫਸਟ ਲੈਟਰ ਵੀ ਆਪਾਂ ਕਹਿ ਸਕਦੇ ਹਾਂ ਬੜਾ। ਤਾਂ ਡੀ ਆਂਸਰ ਇਸ ਦਾ ਸਹੀ ਰਹੇਗਾ, ਡੀ ਆਂਸਰ ਇਸ ਦਾ ਸਹੀ ਹੈ ਜੀ। ਦੈਨ ਥਰਡ ਵਨ ਇਜ਼ ਵਿਚ ਆਫ ਦਿਸ ਸੈਂਟੈਂਸ ਆਰ ਪੰਚੁਏਟਡ ਕਰੈਕਟਲੀ, ਇਹਨਾਂ ਦੇ ਵਿੱਚੋਂ ਪੰਚੁਏਸ਼ਨ ਮਾਰਕਸ ਕਿਸ ਨੂੰ ਸਹੀ ਲੱਗਿਆ ਹੋਇਆ। ਆਈ ਐਮ ਸੋ ਐਕਸਾਈਟਿਡ ਅਬਾਊਟ ਮਾਈ ਫਸਟ ਟ੍ਰਿਪ, ਪਹਿਲਾਂ ਸੀ ਪੜ੍ਹ ਰਹੇ ਹਾਂ ਤਾਂ ਇਹ ਤਾਂ ਗਲਤ ਹੈ ਜੀ। ਆਈ ਹੈਡ ਬ੍ਰੈਡ ਆਮਲੇਟ ਐਂਡ ਅ ਬਨਾਨਾ ਫॉर ਬ੍ਰੇਕਫਾਸਟ। ਤਾਂ ਇਸ ਦੇ ਵਿੱਚ ਪੰਚੁਏਸ਼ਨ ਮਾਰਕਸ ਹੈ ਨਹੀਂ, ਤਾਂ ਐਂਡ ਦੀ ਥਾਂ ਤੇ ਆਪਾਂ ਪੰਚੁਏਸ਼ਨ ਮਾਰਕਸ ਯੂਜ਼ ਕਰ ਸਕਦੇ ਸੀ। ਵੈਨ ਇਜ਼ ਦਾ ਪਾਰਟੀ ਇਹਦੇ ਵਿੱਚ ਵੀ ਨਹੀਂ ਹੈ। ਤਾਂ ਲਾਸਟ ਆਪਾਂ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿਉਂਕਿ ਇਸ ਦੇ ਵਿੱਚ ਅਪੋਸਟ੍ਰੋਫ ਹੈ। ਇਨ ਵਿਚ ਆਫ ਦਿਸ ਸੈਂਟੈਂਸ ਕੈਨ ਯੂ ਫਾਈਂਡ ਐਡਵਰਬ, ਇਹਨਾਂ ਦੇ ਵਿੱਚ ਆਪਾਂ ਐਡਵਰਬ ਲੱਭਣਾ ਹੈ ਕਿਹੜਾ ਹੈ। ਤਾਂ ਐਡਵਰਬ ਦੇਖਦੇ ਹਾਂ ਜੀ। ਆਈ ਓਪਨਡ ਦਾ ਡੋਰ ਲੌਕ, ਨਹੀਂ। ਸੀਤਾ ਇਜ਼ ਅ 5 ਫੀਟ ਟਾਲ, ਤਾਂ ਸੀਤਾ ਦੀ ਹਾਈਟ 5 ਫੀਟ ਹੈ ਪਰ ਉਹ ਟਾਲ ਹੈ, ਤਾਂ ਇਹ ਐਡਵਰਬ ਹੈ ਇੱਕ ਤਰ੍ਹਾਂ ਨਾਲ। ਦਿਵਯਮ ਡਰਿੰਕਸ ਮਿਲਕ ਐਵਰੀ ਡੇ, ਤਾਂ ਮਿਲਕ ਪੀਂਦਾ ਹੈ ਤੇ ਐਵਰੀਡੇ ਪੀਂਦਾ ਹੈ, ਇਹ ਕੁਛ ਹੱਦ ਤੱਕ ਰਿਲੇਟ ਕਰਦਾ ਹੈ, ਪਰ ਆਪਾਂ ਅਗਰ ਦੇਖੀਏ ਤਾਂ ਇਹ ਐਵਰੀ ਜੋ ਸ਼ਬਦ ਹੈ ਉਹ ਆਪਾਂ ਐਡਵਰਬ ਦੇ ਵਿੱਚ ਕੰਸੀਡਰ ਕਰ ਸਕਦੇ ਹਾਂ। ਤਾਂ ਇਸ ਦੇ ਨਾਲ ਹੀ ਆਪਾਂ ਇਹ ਜੋ ਮਲਟੀਪਲ ਚੁਆਇਸ ਸੀਗੇ ਉਹ ਫਿਨਿਸ਼ ਕਰ ਲਿਆ ਜੀ। ਜਿਵੇਂ ਨਾਊਨਸ ਤੇ ਵਰਬਸ ਆਪਾਂ ਨੂੰ ਦਿੱਤੇ ਹੋਏ ਆ, ਤਾਂ ਆਪਾਂ ਕਰੈਕਟ ਇਸ ਦੇ ਵਿੱਚ ਭਰਨਾ। ਦ ਗਰਲ ਇਜ਼ ਸਵਿਮਿੰਗ, ਇੱਦਾਂ ਕੁਛ ਲਿਖ ਸਕਦੇ ਹਾਂ। The dash are playing, the children are playing। ਉਸ ਤੋਂ ਬਾਅਦ ਬੱਚੇ ਇੱਥੇ ਪੜ੍ਹ ਰਹੇ ਹਨ, ਤਾਂ ਬੱਚੇ ਮਤਲਬ ਸਟੂਡੈਂਟਸ। The students are studying ਜਾਂ teaching ਜਾਂ writing, writing ਲਿਖਾਂਗੇ ਜੀ, writing ਸਹੀ ਆਨਸਰ ਰਹੇਗਾ। ਤਾਂ ਡੀ ਦੇਖਦੇ ਹਾਂ ਜੀ, ਇਸ ਦੇ ਵਿੱਚ ਆਏਗਾ ਰਹੀਮ ਜਾਂ ਬॉयਜ਼ ਆਏਗਾ। ਬॉय ਲਿਖ ਸਕਦੇ ਹਾਂ ਜੀ ਕਿਉਂਕਿ ਇੱਕ ਲੜਕਾ ਕਾਰ ਚਲਾ ਰਿਹਾ, ਬॉय ਇਜ਼ ਡਰਾਈਵਿੰਗ ਦਾ ਕਾਰ, ਇੱਦਾਂ ਲਿਖ ਸਕਦੇ ਹਾਂ। ਦੈਨ ਨੈਕਸਟ ਵਨ ਇਜ਼ ਮਿਸ ਸੈਨ ਇਜ਼ ਟੀਚਿੰਗ, ਇੱਦਾਂ ਲਿਖ ਸਕਦੇ ਹਾਂ। ਟੀਚਿੰਗ ਹੈ ਆਪਣੇ ਕੋਲ, ਬਿਲਕੁਲ ਹੈਗਾ ਹੀ, ਤਾਂ ਇਹ ਆਪਾਂ ਯੂਜ਼ ਕਰਦੇ ਹਾਂ। ਦ ਕੈਟ ਇਜ਼ ਡਰਿੰਕਿੰਗ, ਡਰਿੰਕਿੰਗ ਹੈ ਆਪਣੇ ਕੋਲ, ਡਰਿੰਕਿੰਗ ਨਹੀਂ ਹੈ, ਈਟਿੰਗ ਲਿਖ ਸਕਦੇ ਹਾਂ। ਤਾਂ ਈਟਿੰਗ ਆ ਗਿਆ ਜੀ, ਇਸ ਦੇ ਨਾਲ ਇਹ ਕਵਰ ਹੋ ਗਏ, ਤੇ ਇਸ ਦੇ ਵਿੱਚੋਂ ਵੀ ਆਪਾਂ ਦੇਖ ਲੈਂਦੇ ਹਾਂ। ਆਈਡੈਂਟੀਫਾਈ ਕਰਨਾ ਜੀ ਕੰਜੰਕਸ਼ਨ ਐਂਡ ਪ੍ਰੈਪੋਜੀਸ਼ਨ। ਓਵਰ ਜੋ ਹੈ ਉਹ ਕੰਜੰਕਸ਼ਨ ਨਹੀਂ ਹੈ, ਪ੍ਰੈਪੋਜੀਸ਼ਨ ਹੈ। ਇਹ ਮੈਂ ਨਹੀਂ ਦੱਸਾਂਗਾ, ਇਹ ਤੁਸੀਂ ਆਪ ਲੱਭ ਕੇ ਮੈਨੂੰ ਕਮੈਂਟ ਦੇ ਵਿੱਚ ਦੱਸੋ, ਮੈਂ ਵੀ ਦੇਖਾਂ ਕਿ ਤੁਹਾਨੂੰ ਕਿੰਨਾ ਕੁ ਇੰਗਲਿਸ਼ ਆਉਂਦੀ ਹੈ। ਤਾਂ ਆਈ ਹੋਪ ਕਿ ਇਹ ਲੈਂਥੀ ਜੀ ਵੀਡੀਓ ਤੋਂ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੋਵੇਗਾ। ਤਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਕੁਛ ਨਵਾਂ ਸਿੱਖਣ ਦੀ ਉਮੀਦ ਦੇ ਵਿੱਚ। ਟਿਲ ਦੈਨ ਟੇਕ ਕੇਅਰ ਐਂਡ ਹੈਵ ਅ ਨਾਈਸ ਡੇ। ਥੈਂਕ ਯੂ।